कि प्राइम मिनिस्टर ਨੂੰ ਪਛਤਾਤਾਪ ਜਾਂ ਹੋਰ ਚੀਜ਼ਾਂ ਚਾਹੇ ਜਿਹਨੂੰ ਕਹਿੰਦੇ ਕੰਨ ਇੱਧਰ ਦੀ ਨਹੀਂ ਫੜਿਆ ਘੁਮਾ ਕੇ ਫੜ ਲਿਆ ਪਰ ਉਹ ਫੜਨਾ ਪੈ ਗਿਆ। ਇਹਨੂੰ ਦੋ ਚੀਜ਼ਾਂ ਨਾਲ ਦੇਖਿਆ ਜਾ ਰਿਹਾ, ਇੱਕ ਤਾਂ ਸ਼ਾਂਤਮਈ ਸੰਘਰਸ਼ ਕਿ ਅਸੀਂ ਸ਼ਾਂਤਮਈ ਬੈਠੇ ਹਾਂ, ਕੁਛ ਕੋਈ ਐਸਾ ਨਹੀਂ ਕਰ ਰਹੇ ਕਿ ਜਿਸ ਦੇ ਨਾਲ ਸ਼ਾਂਤੀ ਭੰਗ ਹੁੰਦੀ ਹੋਵੇ। ਦੂਜਾ 5 ਸੂਬਿਆਂ ਦੇ ਵਿੱਚ ਇਲੈਕਸ਼ਨ, ਇਸ ਦਾ ਮੁੱਖ ਮੋਟਿਵ ਕੀ ਮੰਨਦੇ ਹੋ ਤੁਸੀਂ? ਪ੍ਰਾਈਮ ਮਿਨਿਸਟਰ ਨੇ ਭਲੇ ਹੀ ਪੋਲੀਟੀਕਲ ਕੰਪਲਸ਼ਨ 'ਚੋਂ ਐਲਾਨ ਕੀਤਾ ਹੋਵੇ ਕਿਉਂਕਿ ਭਾਜਪਾ ਦਾ ਸਿਆਸੀ ਜਹਾਜ਼ ਡਗਮਗਾਉਣਾ ਸ਼ੁਰੂ ਹੋ ਗਿਆ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਕਮੇਟੀ ਦੀ ਚਰਚਾ ਤੁਸੀਂ ਕਰ ਰਹੇ ਹੋ ਕਿ ਇੱਕ ਕਮੇਟੀ ਸਰਕਾਰ ਨੇ ਕਹੀ ਹੈ ਕਿ ਬਣਾਵਾਂਗੇ ਅਸੀਂ, ਫਿਰ ਉਹ ਕਮੇਟੀ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਹੋ ਤੁਸੀਂ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ? ਕੈਪਟਨ ਅਮਰਿੰਦਰ ਸਿੰਘ ਤੇ ਤਾਂ ਮੇਰੀ ਕਹਾਣੀ ਹੈ ਕਿ ਬੇਗਾਨੀ ਸ਼ਾਦੀ 'ਚ ਅਬਦੁੱਲਾ ਦਵਾਨਾ। ਚਾਹੇ ਮੋਦੀ ਨੇ ਯੂਨੀਲੇਟਰਲੀ ਐਲਾਨ ਕਰ ਦਿੱਤਾ, ਇਸ ਕਿਸਾਨਾਂ ਦੀ ਲਹਿਰ ਤੋਂ ਉਹਨਾਂ ਦਾ ਕ੍ਰੈਡਿਟ ਕੋਈ ਨਹੀਂ ਖੋ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਰਵੀ ਸੰਗਰਾਹੁਰ। ਸੰਯੁਕਤ ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਮੰਥਨ ਕੀਤਾ ਜਾਂਦਾ ਹੈ ਕਿ ਜੋ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਕਿਸਾਨਾਂ ਨੂੰ ਤੋਹਫਾ ਦੇਣ ਦੀ ਗੱਲ ਕੀਤੀ ਗਈ ਹੈ, 3 ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਦੀ, ਰੱਦ ਕਰਨ ਦੀ ਗੱਲ ਕੀਤੀ ਗਈ ਹੈ, ਉਹ ਕਿੰਨਾ ਕੁ ਸਹੀ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਹੈ, ਇਸ ਬਾਬਤ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਨੇ ਕਿ ਜੋ ਪ੍ਰੋਗਰਾਮ ਦਿੱਤੇ ਗਏ ਸੀ ਉਹ ਸਟੈਂਡ ਕਰਨਗੇ। ਉਹਨਾਂ ਦੀ ਵਜ੍ਹਾ ਕੁਝ ਇਹ ਹੈ ਕਿ MSP ਤੇ ਕਾਨੂੰਨੀ ਗਰੰਟੀ ਨੂੰ ਲੈ ਕੇ ਸੰਤੁਸ਼ਟ ਨਹੀਂ ਸੰਯੁਕਤ ਕਿਸਾਨ ਮੋਰਚਾ। ਔਰ ਇਹ ਤੋਂ ਬਿਨਾਂ ਬਹੁਤ ਸਾਰੇ ਕਿਸਾਨਾਂ ਤੇ ਮਾਮਲੇ ਵੀ ਦਰਜ ਹੋਏ ਸੀ ਵੱਖ-ਵੱਖ ਧਾਰਾਵਾਂ ਦੇ ਤਹਿਤ, ਕੁਝ ਵੱਡੇ ਲੀਡਰਾਂ ਤੇ ਤਾਂ ਸੰਗੀਨ ਧਾਰਾਵਾਂ ਦੇ ਤਹਿਤ ਵੀ ਮਾਮਲੇ ਦਰਜ ਹੋਏ। ਇਸ ਤੋਂ ਬਿਨਾਂ ਪਰਾਲੀ ਵਾਲਾ ਐਕਟ, ਬਿਜਲੀ ਸੋਧ ਐਕਟ ਔਰ ਤਮਾਮ ਕੁਝ ਜਿਹੀਆਂ ਮੰਗਾਂ ਜਿਹੜੀਆਂ ਨਾਲ ਚੱਲਦੀਆਂ ਰਹੀਆਂ, ਉਹਨਾਂ ਦਾ ਹਰ ਇੱਕ ਵੱਡੀ ਤੋਂ ਛੋਟੀ ਮੰਗ ਦਾ ਹੱਲ ਚਾਹੁੰਦੇ ਨੇ ਕਿਸਾਨ। ਮੇਰੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਅਹਿਮ ਹਿੱਸਾ ਰਮਿੰਦਰ ਪਟਿਆਲਾ ਜੀ ਹੈ, ਲੀਗਲ ਪੈਨਲ ਦੇ ਮੈਂਬਰ ਵੀ ਨੇ ਸੰਯੁਕਤ ਕਿਸਾਨ ਮੋਰਚੇ ਦੇ, ਕਿਉਂਕਿ ਪਹਿਲੇ ਦਿਨ ਤੋਂ ਲੱਗੇ ਹੋਏ ਆ। ਪ੍ਰਧਾਨ ਮੰਤਰੀ ਦੇ ਵੱਲੋਂ ਅਜਿਹਾ ਐਲਾਨ ਕਰਨਾ ਔਰ ਸਿੱਧਾ ਹੀ ਕੈਮਰੇ ਤੇ ਆ ਕੇ ਕਹਿ ਦੇਣਾ ਕਿ ਠੀਕ ਹੈ ਤੁਸੀਂ ਚਾਹੁੰਦੇ ਸੀ ਕਾਨੂੰਨ ਰੱਦ ਕਰਨੇ ਆ ਤਾਂ ਅਸੀਂ ਰੱਦ ਕਰ ਦਿੰਦੇ ਹਾਂ, ਉਹ ਦੇਖਦੇ ਕਿਸ ਤਰੀਕੇ ਦੇ ਨਾਲ। ਪਟਿਆਲਾ ਜੀ ਬਹੁਤ ਬਹੁਤ ਸਵਾਗਤ। ਹਾਂ, ਧੰਨਵਾਦ ਜੀ, ਬਹੁਤ ਬਹੁਤ। ਕਿੰਨੇ ਫੀਸਦੀ ਮੰਨਦੇ ਹੋ ਕੰਮ ਹੋ ਚੁੱਕਿਆ? ਫੀਸਦੀ ਦੇ ਚੱਕਰ 'ਚ ਤਾਂ ਨਹੀਂ ਮੈਂ ਪੈਂਦਾ, ਪਰ ਮੈਂ ਮੰਨਦਾ ਹੈਗਾ ਕਿ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਨੂੰ, ਇਤਿਹਾਸਕ ਅੰਦੋਲਨ ਨੇ ਇੱਕ ਇਤਿਹਾਸਕ ਮੁਕਾਮ ਹੈ ਜਿਹੜਾ ਉਹ ਹਾਸਲ ਕਰਨ ਦੇ ਵੱਲ ਨੂੰ ਆਪਣੇ ਕਦਮ ਵਧਾ ਲਏ ਨੇ। ਪ੍ਰਾਈਮ ਮਿਨਿਸਟਰ ਨੇ ਭਲੇ ਹੀ ਪੋਲੀਟੀਕਲ ਕੰਪਲਸ਼ਨ 'ਚੋਂ ਐਲਾਨ ਕੀਤਾ ਹੋਵੇ ਕਿਉਂਕਿ ਭਾਜਪਾ ਦਾ ਸਿਆਸੀ ਜਹਾਜ਼ ਡਗਮਗਾਉਣਾ ਸ਼ੁਰੂ ਹੋ ਗਿਆ ਸੀ, ਭਲੇ ਹੀ ਉਸ 'ਚੋਂ ਕੀਤਾ ਹੋਵੇ, ਪਰ ਇਸ ਨੇ ਇੱਕ ਗੱਲ 'ਤੇ ਤਾਂ ਮੋਹਰ ਲਾ ਦਿੱਤੀ ਕਿ ਪ੍ਰਾਈਮ ਮਿਨਿਸਟਰ ਨੂੰ ਪਛਤਾਤਾਪ ਜਾਂ ਹੋਰ ਚੀਜ਼ਾਂ ਚਾਹੇ ਜਿਹਨੂੰ ਕਹਿੰਦੇ ਕੰਨ ਇੱਧਰ ਦੀ ਨਹੀਂ ਫੜਿਆ ਘੁਮਾ ਕੇ ਫੜ ਲਿਆ ਪਰ ਉਹ ਫੜਨਾ ਪੈ ਗਿਆ। ਹੁਣ ਦੇਸ਼ ਦੇ ਐਡੇ ਵੱਡੀਆਂ ਪਬਲਿਕ ਡੋਮੇਨ ਕਿ ਪਹਿਲੀ ਵਾਰੀ ਹੋਇਆ, ਇਹ ਪਹਿਲੀ ਵਾਰ ਪਬਲਿਕ ਡੋਮੇਨ 'ਚ ਆ ਕੇ ਜੇ ਕਹਿਣਾ ਪੈ ਗਿਆ ਤਾਂ ਉਮੀਦ ਹੈ ਕਿ ਇਸ 'ਤੇ ਆਉਣ ਵਾਲੀ 24 ਤਰੀਕ ਦੀ ਕੈਬਨਿਟ ਦੇ ਵਿੱਚ ਉਹ ਅੱਗੇ ਸਟੈਪ ਹੋਰ ਲੈਣਗੇ ਔਰ ਪਾਰਲੀਮੈਂਟ ਦੇ ਸੈਸ਼ਨ ਦੇ ਸ਼ੁਰੂ 'ਚ ਹੀ ਪਹਿਲੇ 2-4-5 ਦਿਨਾਂ 'ਚ ਹੀ ਕਿਤੇ ਸਾਰੇ ਮਾਮਲੇ ਨੂੰ ਹੱਲ ਕਰਨਗੇ। ਜਿਹੜਾ ਇਹ ਕਦਮ ਹੈ ਇਹ ਦੇਰ ਨਾਲ ਹੀ ਪੁੱਟਿਆ ਹੋਇਆ ਭਾਵੇਂ, ਪਰ ਇਹ ਦਰੁਸਤ ਹੈ, ਇਹ ਹੋਣਾ ਚਾਹੀਦਾ ਸੀ। ਦੇਰੀ ਇਸ ਕਰਕੇ ਹੈ ਕਿ ਇੱਕ ਇਤਿਹਾਸਕ ਅੰਦੋਲਨ ਦਾ ਜਿਹੜਾ ਜਿਹਨੂੰ ਕਹਿ ਲਈਏ ਕਿ ਉਹਦੇ ਲਈ ਜ਼ਿੰਮੇਵਾਰ ਹੈ ਜਿਹੜਾ ਮੋਦੀ ਤੇ ਕਾਰਪੋਰੇਟ ਬਣ ਗਿਆ ਹੈ। ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ, ਬਹੁਤ ਸਾਰੇ ਲੋਕਾਂ ਦੀ એનર્ਜੀ ਲੱਗੀ ਹੈ। ਇਹ ਬਚ ਸਕਦਾ ਸੀ ਜੇ ਗਵਰਨਮੈਂਟ ਪਹਿਲਾਂ ਇਸ ਗੱਲ ਨੂੰ ਸਮਝ ਲੈਂਦੀ, ਪਰ ਚਲੋ ਦੇਰ ਆਏ ਦਰੁਸਤ ਆਏ। ਤਾਂ ਇੱਕ ਚੀਜ਼ ਤਾਂ ਲਈ ਹੈ, ਹੁਣ ਗਵਰਨਮੈਂਟ ਦੇ ਇਸ ਐਲਾਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਉੱਠ ਜਾਓ, ਪਰ ਹਾਲੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ 'ਤੇ ਹਾਲੇ ਹੋਰ ਸਪਸ਼ਟਤਾ ਦੀ ਜ਼ਰੂਰਤ ਹੈ। ਨੰਬਰ 1, ਇਸੇ 'ਚੋਂ ਹੀ ਅਸੀਂ ਅੱਜ ਫੈਸਲਾ ਕੀਤਾ ਕਿ ਪ੍ਰਾਈਮ ਮਿਨਿਸਟਰ ਨੂੰ ਇੱਕ ਚਿੱਠੀ ਲਿਖਾਂਗੇ ਆਪਣੀਆਂ ਬਾਕੀ ਮੰਗਾਂ ਦੇ ਉੱਪਰ, ਔਰ ਉਹਦਾ ਮਤਲਬ ਸਾਡਾ ਬਿਲਕੁਲ ਕਲੀਅਰ ਹੈ ਕਿ ਗਵਰਨਮੈਂਟ ਆਵੇ, ਬੈਠੇ ਔਰ ਇਹਨਾਂ 'ਤੇ ਸਪਸ਼ਟ ਕਰੇ ਕੀ ਹੈ। ਔਰ ਉਸ ਦੇ ਵਿੱਚ ਖਾਸ ਕਰਕੇ MSP ਦਾ ਸਵਾਲ ਹੈ। MSP 'ਤੇ ਪ੍ਰਾਈਮ ਮਿਨਿਸਟਰ ਨੇ ਆਪਣੇ ਐਲਾਨ ਦੇ ਵਿੱਚ 3 ਚੀਜ਼ਾਂ ਕਹੀਆਂ ਜਿਹੜੀਆਂ 3 ਕਾਨੂੰਨਾਂ ਤੋਂ ਇਲਾਵਾ ਆਰਗੈਨਿਕ ਖੇਤੀ ਦੇ ਬਾਰੇ, ਫਸਲੀ ਚੱਕਰ ਬਾਰੇ ਤੇ MSP ਬਾਰੇ ਵੀ ਇਸ 'ਤੇ ਟਰਾਂਸਪੇਰੈਂਟ ਔਰ ਵਿਆਪਕ, ਜਿਹਨੂੰ ਕਹਿ ਲਈਏ ਇਹਨੂੰ ਬਰੋਡਨ ਕਰਨ ਲਈ MSP ਨੂੰ ਅਸੀਂ ਇੱਕ ਕਮੇਟੀ ਬਣਾਵਾਂਗੇ
ਹੁਣ ਇਹ ਕਮੇਟੀ ਦੇ ਟਰਮ ਆਫ ਰੈਫਰੈਂਸਸ ਕੀ ਹੋਣਗੇ, ਇਹਦੀ ਬਣਤਰ ਕੀ ਹੋਊਗੀ, ਇਹ ਕਮੇਟੀ ਦੀ ਜਿਹੜੀਆਂ ਜੋ ਵੀ ਕੁਛ ਇਹ ਇਨੈਕਟ ਕਰੇਗੀ ਉਹਦੀ ਬਾਈਂਡਿੰਗ ਕੀ ਹੋਏਗੀ ਗਵਰਨਮੈਂਟ ਤੇ, ਸਾਰੇ ਕੁਝ ਸਵਾਲ ਨੇ ਜਿਨ੍ਹਾਂ ਤੇ ਕਲੈਰਿਟੀ ਦੀ ਲੋੜ ਆ। ਕਿਉਂਕਿ ਐਮਐਸਪੀ ਦੀ ਲੀਗਲ ਗਰੰਟੀ ਦਾ ਵੀ ਸਵਾਲ ਮਹੱਤਵਪੂਰਨ ਸਵਾਲ ਹੈ ਇਸ ਅੰਦੋਲਨ ਦਾ। ਔਰ ਜੇ ਇਸ ਤੇ ਗਵਰਨਮੈਂਟ ਸਪਸ਼ਟ ਕਰਦੀ ਹੈ ਔਰ ਇਹ ਬੈਠ ਕੇ ਕਿਸੇ ਗੱਲ ਪਾਸੇ ਲੱਗਦੀ ਹੈ ਤਾਂ ਕੁਝ ਟਾਈਮ ਫਰੇਮ ਸੋਚਿਆ ਜਾ ਸਕਦਾ, ਦਿੱਤਾ ਜਾ ਸਕਦਾ। ਉਹ 3 ਮਹੀਨੇ 6 ਮਹੀਨੇ ਹੋ ਸਕਦਾ ਹੈਗਾ ਆ। ਤੋ ਇਸ ਨਾਲ ਅੰਦੋਲਨ ਆਪਣੇ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਇੱਕ ਮੁਕਾਮ ਤੇ ਅਪੜ ਸਕਦਾ ਹੈਗਾ ਆ। ਤੋ ਪੁਲਿਸ ਕੇਸ ਨੇ ਜਾਂ ਹੋਰ ਤੁਸੀਂ ਪਹਿਲਾਂ ਕਹੀਆਂ ਹੀ ਨੇ ਇਹ ਮੰਗਾਂ ਸਾਰੀਆਂ, ਤੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਇਸੇ ਲਈ ਅੱਜ ਲੈਟਰ ਲਿਖਿਆ ਕਿ ਜੇ ਇੱਕ ਕਦਮ ਤੁਸੀਂ ਅੱਗੇ ਵਧੇ ਹੋ, ਤੁਸੀਂ ਇੱਕ ਐਲਾਨ ਕੀਤਾ ਆ, ਤੁਸੀਂ ਇਸ ਅੰਦੋਲਨ ਨੂੰ ਰੈਕੋਗਨਾਈਜ਼ ਕੀਤਾ ਵੀ ਠੀਕ ਹੈ ਬਈ ਵੀ ਇਹ ਇਹਨਾਂ ਚੀਜ਼ਾਂ ਦਾ ਹੱਲ ਕਿਵੇਂ ਮੰਨਦੇ ਹੋ ਕਿ ਮੀਟਿੰਗ ਦੀ ਮੰਗ ਕਰਦੇ ਹੋ ਜਾਂ ਚਿੱਠੀ ਦੇ ਵਿੱਚ ਮੀਟਿੰਗ ਕਰਨ ਦਾ ਵੀ ਪ੍ਰਸਤਾਵ ਭੇਜਿਆ ਜਾਏਗਾ ਤੁਹਾਨੂੰ? ਚਿੱਠੀ ਪ੍ਰਾਈਮ ਮਿਨਿਸਟਰ ਨੂੰ ਓਪਨ ਲੈਟਰ ਦਾ ਮਤਲਬ ਹੀ ਇਹ ਹੈ ਕਿ ਗਵਰਨਮੈਂਟ ਇਸ ਤੇ ਟੇਬਲ ਤੇ ਆਵੇ, ਠੀਕ ਹੈ ਨਾ, ਟੇਬਲ ਤੇ ਆਵੇ। ਔਰ ਠੀਕ ਹੈ, ਉਹਨਾਂ ਨੇ ਉਹ 3 ਕਾਨੂੰਨ ਤਾਂ ਪਾਰਲੀਮੈਂਟ 'ਚ ਰਿਪੀਲ ਕਰ ਦੇਣੇ ਨੇ, ਪਰ ਬਾਕੀ ਮੰਗਾਂ ਦੇ ਉੱਪਰ ਉਹਦਾ ਕੀ ਵਿਊ ਆ, ਬੈਠ ਕੇ ਨੈਗੋਸ਼ੀਏਟ ਕਰੇ ਔਰ ਤਾਂ ਜੋ ਇਹ ਮਾਮਲਾ ਕਿਸੇ ਕਨਕਲੂਜਨ ਤੇ ਠੀਕ ਢੰਗ ਨਾਲ ਪਹੁੰਚ ਸਕਦਾ ਹੋਵੇ। ਤੋ ਅਸੀਂ ਤਾਂ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਸ ਸਾਰੇ ਮਾਮਲੇ ਦੇ ਉੱਪਰ ਕੁਝ ਠੋਸ ਚੀਜ਼ ਪਾਰਲੀਮੈਂਟ 'ਚ ਹਾਲੇ ਰਿਪੀਲ ਕਰਨਾ ਆ, ਤੋ ਇਸ ਪਾਸੇ ਨੂੰ ਨਹੀਂ ਕਰਦੀ। ਇਸ ਕਰਕੇ ਅਸੀਂ ਸਾਡੇ ਕੋਲੇ ਜਾਣਕਾਰੀ ਹੈ ਵੀ 24 ਨੂੰ ਸੈਂਟਰਲ ਕੈਬਨਿਟ ਹੋਣ ਜਾ ਰਹੀ ਆ। ਇਸ ਕਰਕੇ ਅਸੀਂ ਇਹ ਫੈਸਲਾ ਕਰ ਲਿਆ ਕਿ 22 ਤੇ 26 ਵਾਲਾ ਪ੍ਰੋਗਰਾਮ ਤਾਂ ਐਜ਼ ਇਟ ਇਜ਼ ਗੋ ਔਨ ਰਹੂਗਾ ਹੀ ਰਹੂਗਾ ਲਖਨਊ ਦਾ, ਕਿਉਂਕਿ ਲਖੀਮਪੁਰ ਖੀਰੀ ਨਾਲ ਜੁੜਿਆ ਹੋਇਆ ਮਾਮਲਾ ਵੀ, ਉਹਦੇ ਨਿਆਂ ਦਾ ਸਵਾਲ ਵੀ ਹੈਗਾ ਆ। ਤੋ ਉੱਥੇ ਤਾਂ ਐਜ਼ ਇਟ ਇਜ਼ ਜਾਰੀ ਰਹੂਗਾ। ਬਾਕੀ ਚੀਜ਼ ਲਈ ਅਸੀਂ 27 ਤਰੀਕ ਨੂੰ ਫਿਰ ਬੈਠਾਂਗੇ। ਤੋ ਉਮੀਦ ਹੈ ਕਿ ਇੱਕ ਕਦਮ ਉਹ ਵਧੇ ਨੇ, ਇੱਕ ਕਦਮ ਅਸੀਂ ਚੱਲੇ ਆ ਹੁਣ, ਤਾਂ ਕੌਨਫੀਡੈਂਸ ਮਈਅਰ ਇਸੇ ਤਰ੍ਹਾਂ ਆਊਗਾ। ਤਾਂ ਗਵਰਨਮੈਂਟ ਜਿਵੇਂ ਸਿੱਧੇ ਤੌਰ ਤੇ ਤੁਸੀਂ ਕਿਹਾ ਸੀ ਕਿ 3 ਖੇਤੀ ਕਾਨੂੰਨ ਰੱਦ ਹੋਣ ਔਰ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਐਮਐਸਪੀ ਦੀ, ਇਹ ਤਾਂ ਕਲੀਅਰ ਸੀ ਕਿ ਇਹਨਾਂ ਦਾ ਹੱਲ ਆਏ। ਹੁਣ ਜਿਹੜੀਆਂ ਬਾਕੀ ਮੰਗਾਂ ਹੈਗੀਆਂ ਉਹਨਾਂ ਦੇ ਵਿੱਚ ਚਾਹੇ ਉਹ ਜਿਹੜਾ ਪਰਾਲੀ ਵਾਲਾ ਐਕਟ ਹੋਵੇ ਤੇ ਜਾਂ ਫਿਰ ਬਿਜਲੀ ਸੋਧ ਐਕਟ ਹੋਵੇ, ਉਹਨਾਂ ਨੂੰ ਵੀ ਰੱਦ ਕਰਨ ਦੀ ਮੰਗ ਹੀ ਕਰਦੇ। ਦੇਖੋ, ਪਰਾਲੀ ਵਾਲੇ ਐਕਟ 'ਚ ਸੀਗਾ ਵੀ ਜਿਹੜਾ ਪ੍ਰਦੂਸ਼ਣ ਦੇ ਕਿਸਾਨਾਂ ਨੂੰ ਬਾਹਰ ਕਰਨ, ਕਿਸਾਨਾਂ ਨੂੰ ਬਾਹਰ ਕਰਨ ਦੋ, ਆਲਰੇਡੀ ਉਹ ਪ੍ਰਿੰਸੀਪਲੀ ਐਗਰੀਡ ਸੀ ਸਾਡੇ ਨਾਲ। ਇਲੈਕਟ੍ਰਿਸਿਟੀ ਪ੍ਰਪੋਜ਼ਡ ਅਮੈਂਡਮੈਂਟ ਬਿੱਲ ਹੈ ਜਿਹੜਾ 2020, ਉਹਦੇ ਤੇ ਵੀ ਉਹ ਐਗਰੀਡ ਸੀ ਉਦੋਂ ਡਿਸਕਸ਼ਨ ਦੇ ਵਿੱਚ। ਇਹ ਤਾਂ ਐਗਰੀਡ ਕੀਤੀਆਂ ਹੋਈਆਂ ਚੀਜ਼ਾਂ ਨੇ, ਇਹਨਾਂ ਦੇ ਤਾਂ ਉਹਨਾਂ ਨੂੰ ਕੋਈ ਆਪੱਤੀ ਹੋਣੀ ਨਹੀਂ ਚਾਹੀਦੀ। ਦੂਸਰੀ ਜਿਹੜੀ ਹੈਗੀ ਹੈ ਕੰਪਨਸੇਸ਼ਨ ਦੀ ਗੱਲ ਔਰ ਸ਼ਹੀਦਾਂ ਲਈ ਯਾਦਗਾਰ ਦਾ ਸਵਾਲ ਜਾਂ ਹੋਰ ਇਹ ਸਾਰੀਆਂ ਚੀਜ਼ਾਂ, ਇਹ ਜਾਂ ਕੇਸ ਵਾਪਸੀ ਦਾ ਸਵਾਲ, ਜਦੋਂ ਬਾਕੀ ਚੀਜ਼ਾਂ ਹੱਲ ਹੋ ਗਈਆਂ ਤਾਂ ਜਿਸ ਕਰਕੇ ਇਹ ਅੰਦੋਲਨ ਸੀ ਜਾਂ ਜਿਸ ਕਰਕੇ ਹੋਇਆ ਉਹਨਾਂ ਨੂੰ ਰਿਲੀਫ ਦੇਣੀ, ਜੇ ਪ੍ਰਾਈਮ ਮਿਨਿਸਟਰ ਨੇ ਪਛਤਾਤਾਪ ਕੀਤਾ ਆ ਤਾਂ ਪਛਤਾਤਾਪ ਸਰਕਾਰ ਲਈ ਵੱਡੀਆਂ ਵੀ ਨਹੀਂ ਹੈਗੀਆਂ, ਸਰਕਾਰ ਕਰ ਸਕਦੀ ਆ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਕਮੇਟੀ ਦੀ ਚਰਚਾ ਤੁਸੀਂ ਕਰ ਰਹੇ ਹੋ ਕਿ ਇੱਕ ਕਮੇਟੀ ਸਰਕਾਰ ਨੇ ਕਹੀ ਹੈ ਕਿ ਬਣਾਵਾਂਗੇ ਅਸੀਂ, ਫਿਰ ਉਹ ਕਮੇਟੀ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਹੋ ਤੁਸੀਂ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ? ਦੇਖੋ, ਇਹਦੀ ਬਣਤਰ ਕਿਸ ਤਰ੍ਹਾਂ ਹੋਊਗੀ ਇਹ ਗਵਰਨਮੈਂਟ ਦੀ ਨਾਲ ਨੈਗੋਸ਼ੀਏਸ਼ਨ ਦੇ ਵਿੱਚ ਜਿਹੜੀ ਚੀਜ਼ ਬਾਹਰ ਆਊਗੀ ਉਹਦੇ ਤੋਂ ਪਤਾ ਲੱਗੂ। 2-4 ਚੀਜ਼ਾਂ ਜੋ ਮੇਰੇ ਦਿਮਾਗ 'ਚ ਆਉਂਦੀਆਂ, ਹਾਲੇ ਇਹਦੇ 'ਚ ਅਸੀਂ ਐਸਕੇਐਮ ਦੇ ਵਿੱਚ ਤਾਂ ਇਹਦੇ ਤੇ ਹੋਰ ਵੀ ਡਿਟੇਲ 'ਚ ਡਿਸਕਸ ਕਰਾਂਗੇ। ਜਿਹੜੀਆਂ 2-4 ਚੀਜ਼ਾਂ ਆਉਂਦੀਆਂ, ਜਿਵੇਂ ਇਸ ਕਮੇਟੀ ਦੀ ਬਣਤਰ ਦੇ ਵਿੱਚ ਕਿਸਾਨ ਆਗੂ ਕਿੰਨੇ ਹੋਣਗੇ, ਠੀਕ ਹੈ ਨਾ। ਮੇਰਾ ਵਿਊ ਹੈ ਕਿ ਵੀ ਘੱਟੋ ਘੱਟ ਅੱਧੋ ਅੱਧ ਹੋਣਾ ਚਾਹੀਦਾ ਦੋਹੇ ਚੀਜ਼ਾਂ। ਦੂਸਰਾ, ਇਸ ਕਮੇਟੀ ਨੇ ਜੋ ਇਨੈਕਟ ਕਰਨਾ ਆ ਉਹ ਬਾਈਂਡਿੰਗ ਹੋਊਗੀ ਗਵਰਨਮੈਂਟ ਤੇ ਜਾਂ ਨਹੀਂ ਹੋਊਗੀ, ਇਹ ਤਾਂ ਕਮੇਟੀਆਂ ਕਈ ਵਾਰੀ ਚੀਜ਼ਾਂ ਰੁਲ ਜਾਂਦੀਆਂ ਹੁੰਦੀਆਂ। ਤੀਸਰਾ ਹੈ ਕਿ ਇਸ ਦੀ ਇਹ ਇਫੈਕਟਿਵਨੈਸ ਦਾ ਕੁਐਸਚਨ ਹੈ ਵੀ ਬਾਈਂਡਿੰਗ ਕਿੰਨੀ ਹੋਊਗੀ, ਵੀ ਇਫੈਕਟਿਵਨੈਸ ਕਿੰਨੀ ਆ, ਇੰਪਲੀਮੈਂਟ ਕਿੱਦਾਂ ਹੋਊਗਾ ਉਹ ਸਵਾਲ। ਦੂਜਾ ਸਵਾਲ ਹੈਗਾ ਕਿ ਜਿੰਨੀਆਂ ਐਗਰੀਕਲਚਰ ਪ੍ਰੋਡਿਊਸ ਨੇ ਉਹ ਕਿੰਨੀਆਂ ਕਵਰ ਕਰਦੇ ਨੇ, ਰਿਮੂਨਰੇਟਿਵ ਪ੍ਰਾਈਸਸ ਦਾ, ਲਾਭਕਾਰੀ ਮੁੱਲ ਦਾ ਸਵਾਲ ਹੈਗਾ, ਕਿਸਾਨਾਂ ਨੂੰ ਕੀਮਤ ਮਿਲੇ ਉਹਨਾਂ ਦੀ ਫਸਲ ਦੀ। ਇਹ ਸਾਰੇ ਸਵਾਲ ਨੇ। ਇਹ ਟਰਮ ਆਫ ਰੈਫਰੈਂਸਸ ਕਿਵੇਂ ਆਉਂਦੇ ਨੇ ਉਸ ਕਮੇਟੀ ਦੇ ਵਿੱਚ? ਗਵਰਨਮੈਂਟ ਇਸ ਨੂੰ ਬਰੋਡਨ ਕਰਨ ਲਈ, ਇਸ ਨੂੰ ਜਿਹਨੂੰ ਉਹਨਾਂ ਨੇ ਕਿਹਾ ਟਰਾਂਸਪੇਰੈਂਟ ਬਣਾਵਾਂਗੇ ਅਸੀਂ, ਇਸ ਲਈ ਗਵਰਨਮੈਂਟ ਇਸ ਦੀਆਂ ਟਰਮ ਆਫ ਰੈਫਰੈਂਸਸ ਉਸ ਕਮੇਟੀ 'ਚ ਕੀ ਲਿਆਏਗੇ, ਇਹ ਸਾਰੀਆਂ ਚੀਜ਼ਾਂ ਨੇ। ਸਾਡਾ ਆਪਣਾ ਇੱਕ ਵਿਊ ਪੁਆਇੰਟ ਹੋਊਗਾ ਤੇ ਜੇ ਇਸ ਤੇ ਉਹ ਨੈਗੋਸ਼ੀਏਸ਼ਨ ਟੇਬਲ ਤੇ ਆਉਂਦੇ ਨੇ ਤਾਂ ਇਹਦੇ ਤੇ ਗੱਲ ਹੋ ਸਕਦੀ ਆ। ਤੋ ਜੇ ਗਵਰਨਮੈਂਟ ਥਿਓਰੈਟੀਕਲੀ ਐਗਰੀ ਕਰਦੀ ਹੈਗੀ ਹੈ ਵੀ ਹਾਂ ਅਸੀਂ ਇਸ ਤੇ ਅੱਗੇ ਵਧਣ ਨੂੰ ਤਿਆਰ ਹੈਗੇ ਆ, ਤਾਂ ਟਰਮ ਆਫ ਰੈਫਰੈਂਸਸ 'ਚ ਵੀ ਲਿਆਵੇ, ਪਾਰਲੀਮੈਂਟ 'ਚ ਮੋਦੀ ਸਰਕਾਰ ਇਹਦਾ ਐਲਾਨ ਕਰ ਦੇਵੇ ਤੇ ਚੀਜ਼ਾਂ। ਜੀ, 2 ਚੀਜ਼ਾਂ ਇਸ ਵੇਲੇ ਕਹੀਆਂ ਜਾ ਰਹੀਆਂ। ਦੇਖੋ, 3 ਖੇਤੀ ਕਾਨੂੰਨ ਰੱਦ ਹੋ ਜਾਣੇ ਬਹੁਤ ਵੱਡਾ
ਇੱਕ ਫੈਸਲਾ ਸ਼ਾਂਤਮਈ ਬੈਠੇ ਕਿਸਾਨਾਂ ਦੀ ਇੱਕ ਇਤਿਹਾਸਕ ਜਿੱਤ ਹੈ। ਇਸ ਤੋਂ ਪਹਿਲਾਂ ਬੜੇ ਬੜੇ ਅੰਦੋਲਨ ਹੋਏ ਨੇ, ਸਭ ਤੋਂ ਬੜਾ ਤਾਂ ਫਿਰ ਪਗੜੀ ਸੰਭਾਲ ਜੱਟਾਂ ਅੰਦੋਲਨ ਹੋਇਆ, ਉਹ ਵੀ ਜਿੱਤਿਆ। ਆਜ਼ਾਦੀ ਦੀ ਲੜਾਈ ਲੜੀ ਹੈ ਪੰਜਾਬ ਨੇ ਮੂਹਰੇ ਹੋ ਕੇ, ਉਹ ਵੀ ਜਿੱਤੀ, ਆਹ ਵੀ ਲੜਾਈ ਜਿੱਤੀ ਆ। ਹੁਣ ਇਹਨੂੰ ਦੋ ਚੀਜ਼ਾਂ ਨਾਲ ਦੇਖਿਆ ਜਾ ਰਿਹਾ, ਇੱਕ ਤਾਂ ਸ਼ਾਂਤਮਈ ਸੰਘਰਸ਼ ਕਿ ਅਸੀਂ ਸ਼ਾਂਤਮਈ ਬੈਠੇ ਹਾਂ, ਕੋਈ ਐਸਾ ਨਹੀਂ ਕਰ ਰਹੇ ਕਿ ਜਿਸ ਦੇ ਨਾਲ ਸ਼ਾਂਤੀ ਭੰਗ ਹੁੰਦੀ ਹੋਵੇ। ਦੂਜਾ 5 ਸੂਬਿਆਂ ਦੇ ਵਿੱਚ ਇਲੈਕਸ਼ਨ, ਇਸ ਦਾ ਮੁੱਖ ਮੋਟਿਵ ਕੀ ਮੰਨਦੇ ਹੋ ਤੁਸੀਂ? ਅਚਾਨਕ ਪ੍ਰਧਾਨ ਮੰਤਰੀ ਦੇ ਵੱਲੋਂ ਆਉਣਾ, ਔਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਅੱਜ ਕੁਝ ਐਸਾ ਹੋ ਸਕਦਾ ਔਰ ਉਹ ਹੋ ਵੀ ਜਾਣਾ। ਔਰ ਇੱਕ ਗੱਲ ਹੋਰ ਵੀ ਐਡ ਕਰਦੇ ਆ, ਕੁਝ ਪੋਲੀਟੀਕਲੀ ਲੋਕ ਇਹ ਵੀ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਇਸ 'ਚ ਹੱਥ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਤੇ ਤਾਂ ਮੇਰੀ ਕਹਾਣੀ ਹੈ ਕਿ ਬੇਗਾਨੀ ਸ਼ਾਦੀ 'ਚ ਅਬਦੁੱਲਾ ਦਵਾਨਾ। ਇਹ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ, ਪਿਛਲੇ 1.5 ਸਾਲ ਦਾ ਪੰਜਾਬ ਦਾ ਅੰਦੋਲਨ ਔਰ 1 ਸਾਲ ਤੋਂ ਦਿੱਲੀ ਮੋਰਚਿਆਂ ਤੇ ਬੈਠਾ ਹੈ, ਔਰ ਇਸ ਦੇਸ਼ ਵਿਦੇਸ਼ 'ਚ ਇਸ ਮੋਰਚੇ ਦੇ ਪੱਖ 'ਚ ਲੋਕਾਂ ਦੀ ਲਾਮਬੰਦੀ, ਪ੍ਰੈਸ਼ਰ ਤਾਂ ਇਸ ਗੱਲ ਦਾ ਆ। ਇਹ ਚਾਹੇ ਮੋਦੀ ਨੇ ਯੂਨੀਲੇਟਰਲੀ ਐਲਾਨ ਕਰ ਦਿੱਤਾ, ਇਸ ਕਿਸਾਨਾਂ ਦੀ ਲਹਿਰ ਤੋਂ ਉਹਨਾਂ ਦਾ ਇਹ ਕ੍ਰੈਡਿਟ ਕੋਈ ਨਹੀਂ ਖੋ ਸਕਦਾ। ਚਾਹੇ ਕੋਈ ਖੱਬੇ ਸੱਜਿਓਂ ਜਿਹੜਾ ਮਰਜ਼ੀ ਲੈਣ ਦੀ ਕੋਸ਼ਿਸ਼ ਕਰੇ, ਇਹ ਕਿਸਾਨ ਘੋਲ ਦੀ ਜਿੱਤ ਹੈ ਤੇ ਜਿੱਤ ਉਹਦੀ ਹੋਈ ਰਹਿਣੀ ਹੈਗੀ ਹੈ। ਨੰਬਰ 1। ਨੰਬਰ 2 ਕਿ ਇਸ ਮੈਨੂੰ ਥੋੜਾ ਅਮਰਿੰਦਰ ਸਿੰਘ ਦੇ ਨਾਲ ਦੂਜਾ ਸਵਾਲ ਮੈਂ ਦਿਮਾਗ 'ਚੋਂ ਨਿਕਲ ਗਿਆ। ਮੈਂ ਇਹ ਗੱਲ ਕਹੀ ਸੀ ਕਿ ਇੱਕ 5 ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ, ਕੀ ਇਹਦਾ ਵੀ ਕੋਈ ਇਫੈਕਟ ਇਹਦੇ ਤੇ ਹੋਇਆ? ਦੇਖੋ, ਇੱਕ ਚੀਜ਼ ਜ਼ਰੂਰ ਹੈ ਕਿ ਇਸ ਕਿਸਾਨ ਅੰਦੋਲਨ ਨੇ ਖੇਤੀ ਦੇ ਵਿੱਚ ਕਾਰਪੋਰੇਟ ਦੇ ਏਜੰਡੇ ਨੂੰ, ਇਸ ਦੇਸ਼ ਦੇ ਵਿੱਚ ਜਨਰਲੀ ਨਿਊ ਇਕਨੋਮਿਕ ਪਾਲਿਸੀ ਦੇ ਮਾਡਲ ਨੂੰ ਇੱਕ ਵੱਡੀ ਚੁਣੌਤੀ ਦਿੱਤੀ ਹੈ। ਔਰ ਮੋਦੀ ਦੀ ਫਾਸਿਸਟ ਡਰੈਂਸੀ ਨੂੰ, ਤਾਨਾਸ਼ਾਹ ਹਕੂਮਤ ਦਾ ਇੱਕ ਜਿਹੜਾ ਨਜ਼ਰੀਆ ਸੀ ਸੈਂਟਰਲਾਈਜੇਸ਼ਨ ਦਾ, ਕਾਰਪੋਰੇਟਾਈਜੇਸ਼ਨ ਦਾ, ਇਸ ਨੂੰ ਇੱਕ ਵੱਡੀ ਚੁਣੌਤੀ ਦਿੱਤੀ ਹੈ। ਔਰ ਇਸ ਨੇ ਇੱਕ ਕਿਸਮ ਨਾਲ ਰੀਅਲ ਓਪੋਜੀਸ਼ਨ ਦਾ ਰੂਪ ਧਾਰਿਆ ਇਸ ਦੇਸ਼ ਦੇ ਵਿੱਚ। ਔਰ ਉਹਦਾ ਅਸਰ ਇਹ ਹੋਇਆ ਕਿ ਗਵਰਨਮੈਂਟ ਨੇ ਜਿਵੇਂ ਜਿਵੇਂ ਇਸ ਅੰਦੋਲਨ ਨੂੰ ਲਟਕਾ ਕੇ ਇਸ ਦੀ ਯੂਨਿਟੀ ਡਿਵਾਈਡ ਕਰਨ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਕੋਸ਼ਿਸ਼ ਕੀਤੀ, ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਉਹ ਲੋਕਾਂ 'ਚੋਂ ਨਿਖੜਦੀ ਗਈ। ਔਰ ਉਸ ਨੂੰ ਖਮਿਆਜਾ ਜਿਹੜਾ ਜਿਮਨੀ ਚੋਣਾਂ 'ਚ ਗਿਆ। ਔਰ ਭਾਜਪਾ ਨੂੰ ਯੂਪੀ ਦੀਆਂ ਚੋਣਾਂ ਜਾਂ ਉੱਤਰਾਖੰਡ ਦੀਆਂ ਚੋਣਾਂ 'ਚ, ਪੰਜਾਬ 'ਚ ਤਾਂ ਭਾਜਪਾ ਹੈ ਹੀ ਨਹੀਂ ਕਿਤੇ, ਉਸ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਸੀ। ਇਹ ਸਾਰੀਆਂ ਚੀਜ਼ਾਂ ਨੇ ਇੱਕ ਕਿਸਮ ਨਾਲ ਇਹ ਰੋਲ ਪਲੇ ਕੀਤਾ ਕਿ ਪੋਲੀਟੀਕਲ ਕੰਪਲਸ਼ਨ ਬਣਾਈ ਹੈ ਉਹਨਾਂ ਦੀ ਵੀ ਇਹ ਫੈਸਲਾ ਕਰੋ, ਨਹੀਂ ਤਾਂ ਜਾਂਦਾ ਲੱਗੂ ਸਾਰਾ ਕੁਝ। ਔਰ ਅਮਿਤ ਸ਼ਾਹ ਦੀ ਯੂਪੀ ਦੇ ਵਿੱਚ ਇੱਕ ਸਟੇਟਮੈਂਟ ਹੈ ਕਿ ਜੇ 22 'ਚ ਯੋਗੀ ਨਹੀਂ ਤਾਂ 24 'ਚ ਮੋਦੀ ਨਹੀਂ। ਠੀਕ ਹੈ, ਇਹ ਸਟੇਟਮੈਂਟ ਸਾਬਤ ਕਰਦੀ ਹੈ ਕਿ ਉਹ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ, ਕੀ ਸੱਟ ਮਾਰ ਰਿਹਾ ਹੈ ਅੰਦੋਲਨ, ਇਹ ਚੀਜ਼ ਦੇਖ ਰਹੀ ਹੈ ਭਾਜਪਾ। ਔਰ ਦੂਸਰੀ ਬਾਤ ਇਹ ਵੀ ਹੈ ਕਿ ਮੁਕੇਸ਼ ਅੰਬਾਨੀ ਨੇ ਇੰਗਲੈਂਡ ਦੇ ਵਿੱਚ ਘਰ ਖਰੀਦ ਲਿਆ ਆ, ਤੇ ਜਿੰਨਾ ਮਾਈ ਬਾਪਸ ਲਈ ਉਹਨੇ ਕੰਮ ਕੀਤਾ ਸੀਗਾ, ਜਦੋਂ ਉਹ ਇੰਗਲੈਂਡ 'ਚ ਜਾਣ ਦੀ ਸੋਚਦੇ ਨੇ ਤਾਂ ਫਿਰ ਉਹ ਦੇਖੂਗਾ ਨਾ ਵੀ ਮੇਰਾ ਜਹਾਜ਼ ਡੁੱਬਾ, ਮੈਂ ਕਾਹਨੂੰ ਆਪਣਾ ਡੁੱਬਾਂ। ਇਸ ਕਰਕੇ ਉਹਨੇ ਦੇਰ ਨਾਲ ਕੀਤਾ, ਪਰ ਇਸ ਕਿਸਾਨ ਘੋਲ ਨੇ ਸਾਬਤ ਕਰ ਦਿੱਤਾ ਕਿ ਇਸ ਦੇਸ਼ 'ਚ ਮੇਰਾ ਇੱਕ ਮੰਨਣਾ ਆ ਕਿ ਪੰਜਾਬੀਆਂ ਨੇ ਔਰ ਦੇਸ਼ ਦੇ ਸਾਰੇ ਕਿਸਾਨਾਂ ਦਾ ਰੋਲ ਹੈ, ਪਰ ਪੰਜਾਬ ਦੀ ਤਾਂ ਨੈਸ਼ਨਲ ਮੂਵਮੈਂਟ ਸੀਗੀ, ਕੌਮੀ ਘੋਲ ਸੀ ਪੰਜਾਬ ਦਾ ਇੱਕ ਕਿਸਮ ਦਾ। ਤਾਂ ਪੰਜਾਬੀਆਂ ਨੇ ਤਾਂ ਸੰਸਾਰ ਪੱਧਰ 'ਤੇ ਫੈਸਲਾ ਕਰ ਲਿਆ ਵੀ ਇਹਨਾਂ ਦੀਆਂ ਜੜ੍ਹਾਂ 'ਚ ਬੈਠਣਾ, ਔਰ ਉਹ ਬੈਠਣ ਲੱਗ ਗਏ ਸੀ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਉਹਨਾਂ ਨੇ ਚੁਣਿਆ, ਤਾਂ ਇੱਕ ਕਿਸਮ ਨਾਲ ਸਾਡੇ ਠੰਡੇ ਛਿੱਟੇ ਮਾਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਸਮਝਦਾ ਵੀ ਇਹ ਬਹੁਤ ਦੇਰੀ ਨਾਲ ਚੱਕਿਆ ਹੋਇਆ ਕਦਮ ਹੈ। ਔਰ ਭਾਜਪਾ ਨੂੰ ਆਪਣਾ ਕਾਰਪੋਰੇਟ ਦਾ ਏਜੰਡਾ ਔਰ ਆਪਣੀ ਫਾਸਿਸਟ ਆਈਡੀਓਲੋਜੀ ਛੱਡ ਕੇ ਇਸ ਦੇਸ਼ ਨੂੰ ਧਰਮ ਤੇ ਜਾਤ ਦੇ ਨਾਂ ਤੇ ਪਾੜਨ ਦਾ ਏਜੰਡਾ ਛੱਡਣਾ ਚਾਹੀਦਾ ਹੈ। ਦੇਖੋ, ਵੈਸੀ ਗੱਲਬਾਤ ਕਰਦੇ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਆ ਰਿਹਾ ਸੀ। ਬਹੁਤ ਸਾਰੇ ਫੈਸਲੇ ਲਏ ਗਏ, ਬਹੁਤ ਸਾਰੇ ਪ੍ਰੋਗਰਾਮ ਇਸ 1 ਸਾਲ ਦੇ ਵਿੱਚ ਹੋਏ, ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ, ਬਹੁਤ ਲੋਕਾਂ ਨੂੰ ਕਈ ਸੰਤਾਪ ਹੰਡਾਉਣੇ ਪਏ, ਪਰ ਸਭ ਤੋਂ ਵੱਧ ਸੱਟ ਕਿਹੜੇ ਐਸੇ ਇਵੈਂਟ ਨੇ ਮਾਰੀ ਹੋ ਸਕਦੀ ਹੈ ਕਿ ਜਿਹੜਾ ਜਿੱਥੇ ਜਿੱਥੇ ਭਾਜਪਾ ਦੇ ਲੀਡਰ ਜਾਂਦੇ ਆ ਉਹਨਾਂ ਦਾ ਘਿਰਾਓ, ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣਾ, ਉਹਨਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੇਣਾ, ਸਭ ਤੋਂ ਵੱਡੀ ਸੱਟ ਇਹ ਵੀ ਹੋ ਸਕਦੀ ਹੈ? ਦੇਖੋ, ਇੱਕ ਗੱਲ ਤਾਂ ਕਲੀਅਰ ਸੀਗੀ ਕਿ ਇਸ ਦੇਸ਼ 'ਚ ਕਿਸਾਨ ਭਾਜਪਾ ਦੇ ਇਸ ਏਜੰਡੇ ਨਾਲ ਖੁਸ਼ ਨਹੀਂ ਸੀ, ਔਰ ਉਹ ਭਾਜਪਾ ਨੂੰ ਸਜ਼ਾ ਦੇਣ ਦੇ ਮੂਡ 'ਚ ਆ ਗਏ ਸੀ। ਔਰ ਭਾਰਤ ਪਿੰਡਾਂ 'ਚ ਵਸਦਾ, ਇਹ ਅੰਦੋਲਨ ਜਾਂ ਇਹ ਤਿੰਨੋਂ ਖੇਤੀ ਕਾਨੂੰਨਾਂ ਨੇ ਇਸ ਦੇਸ਼ ਦੀ ਲਗਭਗ 65-70% ਵਸੋਂ ਨੂੰ ਬਹੁਤ ਬੁਰੀ ਤਰ੍ਹਾਂ ਡਿਸਪਲੇਸ ਕਰਨਾ ਸੀ। ਐਡੀ ਵੱਡੀ ਵਸੋਂ ਨਾਲ ਮੋਦੀ ਨੇ ਕਾਰਪੋਰੇਟ ਦੇ ਪੱਖ 'ਚ ਪੰਗਾ ਲਿੱਤਾ ਔਰ ਲਗਾਤਾਰ ਹੱਠ ਧਰਮੀ ਵੀ ਦਿਖਾਈ, ਪਰ ਇਸ ਦੇਸ਼ ਦੇ ਕਿਸਾਨ ਨੇ ਸਾਬਤ ਕਰ ਦਿੱਤਾ
ਔਰ ਵੀ ਉਹ ਇਸ ਤਰ੍ਹਾਂ ਦੀ ਜੇ ਆਪਣੀ ਆਈ ਤੇ ਆ ਜਾਏ ਤਾਂ ਉਹ ਆਪਣੀ ਗੱਲ ਪੁਗਾ ਕੇ ਛੱਡਦਾ। ਔਰ ਪੰਜਾਬੀਆਂ ਨੇ ਵੀ ਇਹ ਦੱਸਿਆ ਹੈ ਕਿ ਵੀ ਸਾਨੂੰ ਪੁਰਾਣਾ ਜਿਹੜਾ ਸਾਡਾ ਇਤਿਹਾਸ ਹੈ ਬਾਹਰ ਹੈ ਕਿ ਜੇ ਕਿਸੇ ਨੇ ਸਾਡੇ ਤੇ ਇੱਦਾਂ ਸਾਡੀ ਹੋਂਦ ਨੂੰ ਚੁਣੌਤੀ ਦਿੱਤੀ ਤਾਂ ਅਸੀਂ ਫਿਰ ਤੀਰ ਵਾਂਗ ਟੱਕਰਦੇ ਹਾਂ। ਸੁਖਵਿੰਦਰ ਅਮਰਤ ਦੀ ਕਵਿਤਾ ਮਨਮੋਹਨ ਵਾਰਸ ਦਾ ਮੈਨੂੰ ਗੀਤ ਯਾਦ ਆਉਂਦਾ, ਜਦੋਂ ਮੁੱਦਾ ਹੋਂਦ ਦਾ ਹੋਇਆ ਤਾਂ ਫਿਰ ਤੀਰਾਂ ਵਾਂਗ ਟੱਕਰਾਂਗੇ। ਠੀਕ ਹੈ, ਤਾਂ ਇਹ ਟੱਕਰੇ ਆ। ਉਮੀਦ ਹੈ ਕਿ ਇਹ ਪਾਰਲੀਮੈਂਟ ਦੇ ਸਰਦਰੁੱਤ ਇਜਲਾਸ 'ਚ ਛੇਤੀ ਕਰੂਗਾ ਔਰ ਛੇਤੀ ਕਰਕੇ ਗਵਰਨਮੈਂਟ ਘੱਟੋ ਘੱਟ ਆਪਣੀ ਹੋਰ ਜਿਹੜੀ ਇੱਕ ਕਿਸਮ ਨਾਲ ਡੈਮੇਜ ਕੰਟਰੋਲ ਆ ਉਹਨਾਂ ਦਾ ਇਹ ਤੇ ਉਹ ਕਰ ਲੈਣ। ਤਾਂ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਸੁਮੱਤ ਬਖਸ਼ੀ ਆ ਉਹਨਾਂ ਨੂੰ ਇਸ ਮਾਮਲੇ 'ਚ, ਤੇ ਕਿਸਾਨ ਘੋਲ ਨੇ ਦਿਦਾਰੇ ਕਰਾਏ ਨੇ ਉਹਨਾਂ ਨੂੰ। ਇਹ ਘੋਲ ਇੱਕ ਇਤਿਹਾਸਕ ਘੋਲ ਹੋ ਗਿਆ ਆ। ਅਸੀਂ ਕਿਤਾਬਾਂ 'ਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਅੰਦੋਲਨਾਂ ਦਾ ਜ਼ਿਕਰ ਪੜ੍ਹਦੇ ਰਹੇ ਹਾਂ। ਸੰਸਾਰ ਪ੍ਰਸਿੱਧ ਅੰਦੋਲਨ, ਤਾਂ ਇਹ ਅੰਦੋਲਨ ਸੰਸਾਰ ਪ੍ਰਸਿੱਧ ਅੰਦੋਲਨ 'ਚ ਹੋਊਗਾ। ਸਾਡੀ ਖੁਸ਼ਨਸੀਬੀ ਹੈ ਕਿ ਅਸੀਂ ਇਹਦਾ ਪਾਰਟ ਰਹੇ, ਇਹਦੇ 'ਚੋਂ ਬਹੁਤ ਕੁਝ ਸਿੱਖ ਰਹੇ ਹਾਂ ਔਰ ਸਿੱਖ ਕੇ ਸ਼ਾਇਦ ਅੱਗੇ ਸਮਾਜ ਲਈ ਕੁਝ ਹੋਰ ਕਰ ਸਕਦੇ ਹੋ ਜੀ। ਬਹੁਤ ਧੰਨਵਾਦ ਰਮਿੰਦਰ ਜੀ। ਤਾਂ ਇਹ ਸਨ ਸਾਡੇ ਨਾਲ ਰਮਿੰਦਰ ਪਟਿਆਲਾ। ਸਿੱਧੇ ਤੌਰ ਤੇ ਉਹਨਾਂ ਕਈ ਚੀਜ਼ਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਸ ਅੰਦੋਲਨ ਦਾ ਕ੍ਰੈਡਿਟ ਸਿਰਫ ਤੇ ਸਿਰਫ ਕਿਸਾਨ ਨੂੰ ਜਾਂਦਾ ਹੈ, ਜਿਸ ਨੇ ਇੱਥੇ ਸਰਦੀਆਂ ਵੀ ਹੰਢਾਈਆਂ, ਇੱਥੇ ਗਰਮੀਆਂ ਵੀ ਹੰਢਾਈਆਂ। ਕੋਈ ਵੀ ਪੋਲੀਟੀਕਲ ਆਦਮੀ ਜਾਂ ਕੋਈ ਵੀ ਕਿਸੇ ਵੀ ਵਰਗ ਨਾਲ ਸੰਬੰਧਿਤ ਇਹ ਕ੍ਰੈਡਿਟ ਲੈਣਾ ਚਾਹੇ ਤਾਂ ਮੁਸ਼ਕਲ ਮਿਲੇਗਾ। ਔਰ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਫੈਸਲਾ ਲਿਆ ਤਾਂ ਸਿੱਧੇ ਤੌਰ ਤੇ ਕਿਸਾਨਾਂ ਨੇ ਆਪਣੀ ਤਾਕਤ ਦਿਖਾਈ ਕਿ ਉਹਨਾਂ ਨੂੰ ਪੋਲੀਟੀਕਲ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਫੈਸਲੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੁਣ ਲਏ ਗਏ ਆ, ਸਰਕਾਰ ਉਹਨਾਂ ਨੂੰ ਕੰਸੀਡਰ ਕਰੇਗੀ, ਉਹਨਾਂ ਤੇ ਚਰਚਾ ਵੀ ਜ਼ਰੂਰ ਹੋਏਗੀ ਔਰ ਇਸ ਮਸਲੇ ਦਾ ਹੱਲ ਜਲਦ ਨਿਕਲੇਗਾ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਸਿੰਘੂ ਬਾਰਡਰ, ਦਿੱਲੀ।